ਵਾਹਿਗੁਰੂ 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 ਵਾਹਿਗੁਰੂ। ਸਤਿਕਾਰਯੋਗ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਹੁਕਮਾਂ ਅਨੁਸਾਰ ਸਜਾਈ ਗਈ ਸ੍ਰਿਸ਼ਟੀ ਵਿੱਚ ਕਾਲਯੁਗ ਦੀ ਅਗਵਾਈ ਕਰ ਰਹੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਮਨੁੱਖਾ ਦੇਹੀ ਦੇ ਕੇ ਇਸ ਕਰਕੇ ਭੇਜਿਆ, ਸਾਡੇ ਤੇ ਕਿਰਪਾ ਕੀਤੀ ਆ ਮਨੁੱਖਾ ਦੇਹੀ ਦੇਣ ਦੀ, ਕਿ ਆਪਾਂ ਇਸ ਜਨਮ ਦੇ ਵਿੱਚ ਆ ਕੇ ਆਪਾਂ ਬੰਦਗੀ ਕਰਕੇ ਆਪਾਂ ਅਮਰ ਹੋ ਸਕੀਏ, ਮੁਕਤ ਹੋ ਸਕੀਏ। ਸਾਨੂੰ ਉਹ ਦੱਸਦੇ ਨੇ ਕਿ ਭਾਈ ਤੁਸੀਂ ਇਸ਼ਨਾਨ ਕਰੋ। ਸਾਨੂੰ ਆਮ ਤੌਰ 'ਤੇ ਸਮਝਾਇਆ ਜਾਂਦਾ ਕਿ 5 ਇਸ਼ਨਾਨਾਂ ਬ੍ਰਹਮ ਗਿਆਨਾ ਨਿਤ ਨਹਾਵੇ ਦਲਿਦਰੀ, ਇੰਨੀ ਗੱਲ ਹੀ ਕਹਿ ਦਿੱਤੀ ਜਾਂਦੀ ਆ। ਅਤੇ ਅਸੀਂ 5 ਇਸ਼ਨਾਨਾਂ ਕਿਹੜਾ ਮੰਨਦੇ ਹਾਂ ਕਿ ਆਪਣੇ 2 ਪੈਰ ਧੋ ਲੈ, 2 ਅਸੀਂ ਆਪਣੇ ਹੱਥ ਧੋ ਲੈ, ਮੂੰਹ ਧੋ ਲਿਆ, ਤਾਂ ਅਸੀਂ ਕਹਿੰਦੇ ਹਾਂ ਕਿ ਇਹ 5 ਇਸ਼ਨਾਨਾਂ ਹੋ ਗਿਆ। ਕੁਝ ਕਹਿੰਦੇ ਨੇ ਕਿ ਤੁਸੀਂ ਸਵੇਰ ਨੂੰ ਸਵੇਰੇ ਤੜਕੇ ਉੱਠ ਕੇ ਤਾਜ਼ੀ ਹਵਾ ਦੇ ਵਿੱਚ ਜਾਓ, ਦੇਹ ਰੋਗ ਹੋਏਗਾ, ਪਸੀਨੇ ਤੁਹਾਡੀ ਮਾਲਸ਼ ਹੋਣੀ ਚਾਹੀਦੀ ਆ, ਤੇਲ ਦਾ ਇਸ਼ਨਾਨ ਹੋ ਗਿਆ। ਫਿਰ ਕਹਿੰਦੇ ਨੇ ਕਿ ਤੁਸੀਂ ਪਸੀਨੇ ਆਉਣ ਤੱਕ ਐਕਸਰਸਾਈਜ਼ ਕਰੋ, ਪਸੀਨੇ ਦਾ ਇਸ਼ਨਾਨ ਹੋ ਗਿਆ। ਫਿਰ ਉਹ ਕਹਿੰਦੇ ਨੇ ਕਿ ਤੁਸੀਂ ਪਾਣੀ ਦਾ ਇਸ਼ਨਾਨ ਕਰ ਲਓ, ਫਿਰ ਬਾਣੀ ਦਾ ਇਸ਼ਨਾਨ ਕਰ ਲਓ। ਸਾਨੂੰ ਇਹ 5 ਇਸ਼ਨਾਨ ਆਮ ਤੌਰ 'ਤੇ ਦੱਸੇ ਜਾਂਦੇ, ਪਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਤੁਸੀਂ ਵੀ ਭਾਈ 5 ਇਸ਼ਨਾਨਾਂ ਬ੍ਰਹਮ ਗਿਆਨਾ ਇਹ ਕਰਨੇ ਆ। ਅਸੀਂ 5 ਇਸ਼ਨਾਨ, 5 ਇਸ਼ਨਾਨਾਂ ਬ੍ਰਹਮ ਗਿਆਨਾ ਨਿਤ ਨਹਾਵੇ ਦਲਿਦਰੀ। ਅਸੀਂ ਉਹ ਕਿਹੜੇ 5 ਇਸ਼ਨਾਨ ਆ ਜਿਹੜੇ ਅਸੀਂ ਕਰਨੇ ਆ, ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਕਰਦੇ ਹਨ ਕਿ ਅੰਮ੍ਰਿਤਸਰ ਨਿਤ ਨਹਾਵੇ। ਅਸੀਂ ਅੰਮ੍ਰਿਤਸਰ ਨਿਤ ਇਸ਼ਨਾਨ ਕਰਨਾ। ਫਿਰ ਅਸੀਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਪੈ ਅਰੋਗਾ। ਸਾਡਾ ਤਨ ਤੇ ਮਨ ਜਿਹੜਾ ਹੈਗਾ ਇਹ ਅਰੋਗ ਹੋ ਜਾਏਗਾ ਜੇਕਰ ਅਸੀਂ ਸਿਮਰਨ ਕਰਨ ਦਾ ਇਸ਼ਨਾਨ ਕਰਦੇ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜਿਸ ਵੇਲੇ ਅਸੀਂ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ ਤਾਂ ਸਾਨੂੰ ਸਾਰੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਦੇ, ਇਸ ਜਨਮ ਤੋਂ ਪਹਿਲਾਂ ਦੇ ਜਿੰਨੀਆਂ ਵੀ ਜੂਨਾਂ ਦੇ ਵਿੱਚ ਅਸੀਂ ਕੋਈ ਵੀ ਸਾਡੇ ਕੋਲੋਂ ਕੋਈ ਕਿਰਤ ਮਾੜੀ ਹੋ ਚੁੱਕੀ, ਉਹ ਜਿਹੜਾ ਪਾਪ ਆ ਉਹ ਸਾਰੇ ਦੇ ਸਾਰੇ ਰਹਿ ਜਾਣਗੇ। ਅਸੀਂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਫਿਰ ਉਹ ਕਹਿੰਦੇ ਨੇ ਮਾਘ ਮੰਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਕੇ ਸਭਨਾ ਨੂੰ ਕਰਦਾਨ। ਅਤੇ ਗੁਰੂ ਜੀ ਕਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਸਮਝਾਉਂਦੇ ਨੇ ਕਿ ਤੁਸੀਂ ਸਾਧਾਂ ਦੀ ਸੰਗਤ ਕਰਕੇ ਉਹ ਧੂੜੀ ਦਾ ਇਸ਼ਨਾਨ ਕਰਨਾ, ਅਤੇ ਹਰ ਇੱਕ ਨੂੰ ਦਾਨ ਵੀ ਕੀ ਕਰਨਾ, ਕਿ ਇਹ ਜਿਹੜਾ ਸਾਧੂ ਬਣਨ ਦੀ ਹੈਗੀ ਗੱਲ ਆ, ਇਹ ਸਾਨੂੰ ਸਮਝਾਉਣੀ ਹਰ ਇੱਕ ਨੂੰ ਕਿ ਉਹ ਕਿੱਦਾਂ ਸਾਧੂ ਬਣਦੇ ਨੇ। ਫਿਰ ਸਾਨੂੰ ਇਹ ਇਸ਼ਨਾਨ ਕਰਨ ਤੋਂ ਬਾਅਦ ਫਿਰ ਸਾਨੂੰ ਇਹ ਵੀ ਦੱਸਦੇ ਨੇ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਅਸੀਂ ਤਨ ਮਨ ਜਿਹੜਾ ਹੈਗਾ ਧੋਣਾ ਹੈਗਾ ਆ, ਸ਼ਬਦ ਵਿਚਾਰੋ। ਅਸੀਂ ਇਹਦੇ ਨਾਲ ਜਿਹੜਾ ਸੀਗਾ ਅਸੀਂ ਆਪਣੇ ਇਹ ਇਸ਼ਨਾਨ ਕਰਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ। ਸੋ ਗੁਰਮੁਖ ਪਿਆਰਿਓ, ਜੋ ਨਿਤ ਅੰਮ੍ਰਿਤਸਰ ਨਹਾਵੇ, ਇਹਦੇ ਬਾਰੇ ਅਸੀਂ ਬੜੇ ਇੱਕ ਭਰਮ ਦੇ ਵਿੱਚ ਰਹਿੰਦੇ ਹਾਂ ਕਿ ਅੰਮ੍ਰਿਤਸਰ ਜਾ ਕੇ ਅਸੀਂ ਇਸ਼ਨਾਨ ਕਿੱਦਾਂ ਕਰੀਏ। ਗੁਰੂ ਰਾਮਦਾਸ ਜੀ ਨੇ ਜੋ ਸਾਨੂੰ ਇਹ ਤੀਰਥ ਬਣਾ ਕੇ ਦਿੱਤਾ ਹੈ, ਜੋ ਅੰਮ੍ਰਿਤਸਰ ਦਾ ਸਰੋਵਰ ਆ, ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਅਸੀਂ ਇਸ਼ਨਾਨ ਕਰਨਾ, ਅੰਮ੍ਰਿਤਸਰ ਅਸੀਂ ਕਿੱਦਾਂ ਨਹਾਉਣਾ ਹੈਗਾ ਆ, ਇਹ ਸਾਨੂੰ ਸਮਝਾਇਆ ਗਿਆ। ਅਸੀਂ ਦ੍ਰਿਸ਼ਟਮਾਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਉਹਨਾਂ ਦੇ ਮਤਲਬ ਤਾਂ ਕੁਝ ਹੋਰ ਨੇ ਕਿ ਅਸੀਂ ਜਾਂਦੇ ਹਾਂ ਜਾ ਕੇ ਜੋੜਾ ਜਮ੍ਹਾਂ ਕਰਾਤਾ, ਇਹਦਾ ਮਤਲਬ ਕਿ ਅਸੀਂ ਜਗਿਆਸੂ ਬਣਾਂਗੇ। ਫਿਰ ਅਸੀਂ ਪਾਣੀ ਦੇ ਵਿੱਚ ਆਪਣੇ ਪੈਰ ਧੋਨੇ ਆ, ਇਹਦਾ ਮਤਲਬ ਆ ਕਿ ਸਾਡੇ ਵਿੱਚ ਨਿਮਰਤਾ ਵਾਲਾ ਗੁਣ ਹੋਣਾ ਚਾਹੀਦਾ। ਅਸੀਂ ਨਿਮਰਤਾ ਅਸੀਂ ਰੱਖੀਏ। ਉਹ ਕਿਹੜੇ ਨੇ ਕਿ ਪਾਣੀ ਨਿਮਰਤਾ ਦਾ ਮਤਲਬ ਕਿ ਉਹ ਥੱਲੇ ਨੂੰ ਜਾਂਦਾ, ਪੌੜੀਆਂ ਥੱਲੇ ਉਤਰਦਾ, ਨਿਮਾਣ ਵੱਲ ਨੂੰ ਵਹਿੰਦਾ। ਅਸੀਂ ਵੀ ਨਿਮਰਤਾ ਦੇ ਵਿੱਚ ਆ ਜਾਈਏ, ਪਾਣੀ ਵਾਲੇ ਗੁਣ ਗ੍ਰਹਿਣ ਕਰ ਲਈਏ ਤਾਂ ਅਸੀਂ ਨਿਮਰਤਾ ਵੱਲ ਆਈਏ। ਫਿਰ ਆਪਾਂ ਜਾ ਕੇ ਪ੍ਰਕਰਮਾਂ ਦੇ ਵਿੱਚ ਆਪਣੇ ਕੱਪੜੇ ਤਾਰਦੇ। ਇਹਦਾ ਮਤਲਬ ਆ ਕਿ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਲੜਾਈ ਝਗੜੇ ਇਹ ਜਿੰਨਾ ਆ ਸਾਰਾ ਕੁਝ ਅਸੀਂ ਛੱਡ ਦਈਏ।
ਫਿਰ ਸਾਨੂੰ ਦੱਸਦੇ ਨੇ ਕਿ ਭਾਈ ਤੁਸੀਂ ਆਪਾਂ ਸਰੋਵਰ ਦੇ ਵਿੱਚ ਵੜ ਜਾਂਦੇ ਆ, ਸਾਡੇ ਉੱਪਰ ਪਾਣੀ ਦਾ ਵਿੱਚ ਚੜ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਤੱਤੀ ਵਾਵ ਨਾ ਲਾਗੀ, ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਪਾਈ। ਕਿ ਸਾਡਾ ਜਿਹੜਾ ਹੈਗਾ ਆ, ਸਾਨੂੰ ਕੋਈ ਵੀ ਦੁੱਖ ਨਹੀਂ ਲੱਗੂਗਾ ਜੇਕਰ ਅਸੀਂ ਨਾਮ ਦਾ ਉੱਪਰ ਵਿੱਚ ਚੜ੍ਹ ਲਈਏ। ਫਿਰ ਅਸੀਂ ਪ੍ਰਕਰਮਾਂ ਦੇ ਵਿੱਚ ਜਾਂਦੇ ਆ, ਪ੍ਰਕਰਮਾਂ ਵਿੱਚ ਜਾਂਦੇ ਹੋਏ ਅਸੀਂ ਕੀਰਤਨ ਸੁਣਦੇ ਆ। ਇਹ ਹੈ ਕਿ ਸੋ ਦਾ ਤੇਰਾ ਕਿਹਾ, ਸੋ ਕਰ ਕਿਹਾ, ਜਿਤਵੈ ਸਰਬ ਸਮਾਲੇ। ਉਹ ਦਰ ਕਿੱਦਾਂ ਦਾ ਜਿੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ। ਉਹ ਸਾਡੇ ਅੰਦਰ ਜਿਹੜਾ ਮੋਖ ਦਾ ਹੱਟ ਆ, ਉਹਦੇ ਵਿੱਚ ਸਾਡੇ ਆਨੰਦ ਸ਼ਬਦ ਹਰ ਵੇਲੇ ਚੱਲਦੇ ਹਨ। ਉਹ ਕੀਰਤਨ ਹੁੰਦਾ, ਸਾਨੂੰ ਸੁਣਨ ਦੀ ਹਦਾਇਤ ਕੀਤੀ ਜਾਂਦੀ। ਫਿਰ ਅਸੀਂ ਜਾਂਦੇ ਹਾਂ ਡਿਉੜੀ ਤੇ। ਡਿਉੜੀ ਤੇ ਜਾ ਕੇ ਅਸੀਂ ਮੋਖ ਦੇ ਹੱਟ ਤੇ ਚਲੇ ਗਏ। ਅਸੀਂ ਜਿਸ ਵੇਲੇ ਅਸੀਂ ਡਿਉੜੀ ਤੋਂ ਹਰਿਮੰਦਰ ਸਾਹਿਬ ਤੱਕ ਜਾਣ ਦਾ ਅਸੀਂ ਕਦਮ ਪੱਟਾਂਗੇ ਤਾਂ 68 ਕਦਮ ਹੋਣਗੇ। ਜਿਹੜਾ 68ਵਾਂ ਕਦਮ ਆ ਉਹ ਸਾਡਾ ਹਰਿਮੰਦਰ ਸਾਹਿਬ ਦੇ ਅੰਦਰ ਆਏਗਾ। ਹੁਣ ਅਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਸੋਭਤ, ਉੱਥੇ ਅਸੀਂ ਮੱਥਾ ਟੇਕਦੇ ਹਾਂ। ਇੱਥੋਂ ਅਸੀਂ ਆਪਣੇ ਅੰਦਰੋਂ ਅੰਮ੍ਰਿਤ ਲੈਣਾ ਸੀ। ਇੱਥੇ ਜਿਹੜਾ ਅੰਮ੍ਰਿਤ ਲੈਣਾ ਹੈਗਾ ਆ, ਗੁਰੂ ਜੀ ਬਹੁਤ ਜ਼ਿਆਦਾ ਸਿਆਣੇ ਸੀ, ਉਹਨਾਂ ਨੇ ਪਿਛਲੇ ਪਾਸੇ ਚੂੜਾ ਲੈਣ ਦਾ ਕਰ ਦਿੱਤਾ, ਕਿਉਂਕਿ ਉੱਥੇ ਸਫਾਈ ਦਾ ਧਿਆਨ ਰੱਖਦਿਆ ਹੋਇਆ। ਫਿਰ ਅਸੀਂ ਜਿਹੜਾ ਹੈਗਾ ਹੁਣ ਇਹ 68 ਕਦਮ ਅਸੀਂ ਮਿਣੀਏ ਕਿੱਦਾਂ? ਸੰਗਤ ਕਾਫੀ ਹੁੰਦੀ ਹੈ ਅੱਜ ਕੱਲ੍ਹ, ਪਰਮਾਤਮਾ ਦੀ ਕਿਰਪਾ। ਅਸੀਂ ਜਦੋਂ ਬਾਹਰ ਨਿਕਲਦੇ ਹਾਂ ਉਸ ਵੇਲੇ ਕੋਈ ਵੀ ਇਨਸਾਨ ਇਹ ਜਿਹੜਾ ਹੈਗਾ ਆ, ਇਹ 68 ਕਦਮਾਂ ਦੀ ਗੱਲ ਨੂੰ, ਇਸ ਨੂੰ ਪ੍ਰੋੜਤਾ ਕਰ ਸਕਦਾ, ਇਸ ਦੇ ਉੱਤੇ ਚੈੱਕ ਕਰ ਸਕਦਾ ਕਿ ਵਾਕਈ 68 ਕਦਮ ਹੁੰਦੇ ਆ ਕਿ ਨਹੀਂ। ਅਸੀਂ ਬਾਹਰ ਨਿਕਲ ਕੇ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋ ਕੇ ਡੇਹੜੀ ਤੱਕ ਆਉਂਦੇ ਹੋਏ ਆਪਾਂ ਕਦਮ ਨਾਪ ਸਕਦੇ ਹਾਂ। ਫਿਰ ਅਸੀਂ ਉਹ 9 ਦਰ ਜਿਹੜੇ ਸੀਗੇ ਅਸੀਂ ਉਹ ਪਾਰ ਕਰਕੇ ਤੇ ਜਾਂਦੇ ਆ। ਸਾਨੂੰ ਇਹ ਭੇਦ ਹੀ ਨਹੀਂ ਹੈਗਾ ਕਿ ਉਹਦੇ ਥੱਲੇ 9 ਦਰ ਜਿਹੜੇ ਬਣੇ ਹੋਏ ਹੈਗੇ ਆ, ਉਹਦਾ ਵੀ ਸਾਡੇ ਸਰੀਰ ਦੇ ਨਾਲ ਸੰਬੰਧਿਤ ਹੈ। 9 ਦਰ ਠਾਕੇ 10ਵੇਂ ਧਾਪ ਤਰਾਏ, ਅਸੀਂ ਕਰਕੇ ਇਹ ਅਸੀਂ ਪ੍ਰੈਕਟੀਕਲੀ ਕਰਨਾ ਸੀ। ਹੁਣ ਅਸੀਂ ਇਹ ਨਿੱਤ ਇਸ਼ਨਾਨ ਕਰਨਾ ਤੇ ਗੁਰੂ ਜੀ ਨੂੰ ਪੁੱਛਦੇ ਹਾਂ, ਸਾਨੂੰ ਦੱਸੋ ਜੀ ਫਿਰ ਇਹ ਕੀ ਹੋਏਗਾ? ਅਸੀਂ ਇੱਦਾਂ ਇਸ਼ਨਾਨ ਇੱਥੇ ਕਰੀਏ, ਹਰਿਮੰਦਰ ਸਾਹਿਬ ਵੀ ਆਇਆ ਕਰੀਏ। ਹਰਿਮੰਦਰ ਸਾਹਿਬ ਦੇ ਵਿੱਚ ਤਾਂ ਜਿਹੜੇ ਕੋਈ ਗੁਰਮੁਖ ਰਹਿੰਦੇ ਹੋਣਗੇ ਉਹ ਵੀ ਰੋਜ਼ਾਨਾ ਸਰੋਵਰ ਦੇ ਵਿੱਚ ਇਸ਼ਨਾਨ ਨਹੀਂ ਕਰ ਹੁੰਦਾ ਹੋਣਾ, ਉਹਨਾਂ ਦੇ ਕੋਲੋਂ ਵੀ ਰਹਿ ਜਾਂਦਾ, ਮਿਸ ਹੋ ਜਾਂਦਾ। ਪਰ ਅਸੀਂ ਤਾਂ ਸਿੱਖ ਬਣਨਾ ਗੁਰੂ ਜੀ ਦੇ, ਅਸੀਂ ਉਸ ਦੇ ਨਾਮ ਦੀ ਦਾਤ ਲੈਣੀ ਆ, ਅਸੀਂ ਪਰਮਾਤਮਾ ਦੇ ਅਸੀਂ ਸਨਮੁਖ ਹੋਣਾ ਆ। ਅਸੀਂ ਉਹ ਕਿੱਦਾਂ ਹੋਵਾਂਗੇ? ਹੁਣ ਉਹਨਾਂ ਨੇ ਕਹਿ ਦਿੱਤਾ ਕਿ ਨਿੱਤ ਅੰਮ੍ਰਿਤਸਰ ਨਹਾਵੇ। ਹੁਣ ਅਸੀਂ ਅੰਮ੍ਰਿਤਸਰ ਜਿਹੜਾ ਨਹਾਉਣਾ ਹੈਗਾ ਆ, ਉਹਨਾਂ ਨੇ ਫਿਰ ਸਾਨੂੰ ਸਮਝਾਇਆ। ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਕਿ ਅੰਦਰੋਂ ਜਨ ਕੀ ਤ੍ਰਿਸ਼ਨਾ ਬੁਝੀ ਅੰਮ੍ਰਿਤਸਰ ਨਹਾਤਾ। ਸੋ ਗੁਰਮੁਖ ਪਿਆਰਿਓ, ਕਿਤੇ ਵੀ ਸਿੱਖ ਜਿੱਥੇ ਵੀ ਬੈਠਾ ਉਹ ਆਪਣਾ ਅੰਮ੍ਰਿਤਸਰ ਇਸ਼ਨਾਨ ਇਸ ਤਰੀਕੇ ਦੇ ਨਾਲ ਕਰ ਸਕਦਾ ਕਿ ਅੰਦਰੋਂ ਜਨ ਕੀ ਤ੍ਰਿਸ਼ਨਾ ਬੁਝੀ। ਤੇ ਫਿਰ ਆਪਾਂ ਗੁਰੂ ਜੀ ਤੋਂ ਪੁੱਛਦੇ ਆਂ ਕਿ ਇਹ ਤ੍ਰਿਸ਼ਨਾ ਜਿਹੜੀ ਹੈਗੀ ਆ, ਇਹ ਲੱਗੀ ਕਿੱਦਾਂ? ਉਹ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਹੁਣ ਜੇਕਰ ਆਪਾਂ ਇਹਨੂੰ ਉਲਟਾ ਕਰ ਦਈਏ ਫਿਰ ਸਾਨੂੰ ਇਹ ਭੇਦ ਆ ਜਾਊਗਾ। ਉਲਟੀ ਤੇ ਉਲਟੀ ਪਈ ਉਹ ਕੀ ਹੈ ਕਿ ਅਸੀਂ ਲਿਵ ਦੇ ਨਾਲ ਜੁੜ ਜਾਾਂਗੇ। ਪਹਿਲਾਂ ਲਿਵ ਛੁੱਟ ਗਈ ਤਾਂ ਅਸੀਂ ਤ੍ਰਿਸ਼ਨਾ ਜਾ ਗਏ। ਹੁਣ ਅਸੀਂ ਉਹ ਤੋਂ ਨਿਕਲਣਾ ਤਾਂ ਅਸੀਂ ਕਿੱਦਾਂ ਨਿਕਲਾਂਗੇ? ਅਸੀਂ ਤ੍ਰਿਸ਼ਨਾ ਛੱਡਣੀ ਆ ਤੇ ਅਸੀਂ ਲਿਵ ਦੇ ਨਾਲ ਜੁੜ ਜਾਾਂਗੇ। ਜਦੋਂ ਲਿਵ ਦੇ ਨਾਲ ਜੁੜ ਜਾਾਂਗੇ ਤਾਂ ਸਾਡੀ ਤ੍ਰਿਸ਼ਨਾ ਬੁਝ ਗਈ। ਤ੍ਰਿਸ਼ਨਾ ਬੁਝ ਗਈ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਅੰਮ੍ਰਿਤਸਰ ਇਸ਼ਨਾਨ ਕਰ ਲਿਆ। ਸੋ ਗੁਰਮੁਖ ਪਿਆਰਿਓ, ਆਪਾਂ ਇਹ ਸਿੱਖਿਆ ਲੈ ਕੇ ਆਪਾਂ ਚੱਲਣਾ ਕਿ ਅਸੀਂ ਅੰਮ੍ਰਿਤਸਰ ਕਿਤੇ ਵੀ ਬੈਠੇ ਹੋਏ ਅਸੀਂ ਇਸ਼ਨਾਨ ਨਿੱਤ ਕਰੀਏ। ਤੇ ਬਹੁਤ ਸਾਰੇ ਗੁਰਮੁਖ ਦੇਖੇ ਕਿ ਉਹ ਹੋਰ ਤਰੀਕੇ ਨਾਲ ਵੀ ਕਰੀ ਜਾਂਦੇ ਕਹਿੰਦੇ ਨੇ। ਉਹ ਕੀ ਕਰਦੇ ਨੇ? ਅਸੀਂ ਗਏ ਜੀ ਜਾ ਕੇ ਜੋੜਾ ਜਮ੍ਹਾਂ ਕਰਾਤਾ। ਮਨ ਜਿਹੜਾ ਬੱਚਾ ਹੈ ਇਹ ਆਨੰਦ ਸ਼ਬਦ ਦਾ, ਪਰਮਾਤਮਾ ਆਨੰਦ ਸ਼ਬਦ ਆ, ਤੇ ਜਿਹੜਾ ਮਨ ਆ ਇਹ ਕੁਝ ਹੱਦ ਤੱਕ ਰਹਿੰਦਾ। ਇਹਦੀ ਇਹ ਆ ਕਿ ਜਿੱਥੋਂ ਤੱਕ ਅਸੀਂ ਦੇਖਿਆ ਹੋਇਆ ਹੈਗਾ, ਅਸੀਂ ਆਨੰਦ ਸ਼ਬਦ ਦੀ ਇਹਦੀ ਵਰਤੋਂ ਜਿਹੜੀ ਕਰਦੇ ਹਾਂ ਸਿਰਫ ਉੱਥੋਂ ਤੱਕ ਹੀ ਕਰ ਸਕਦੇ ਹਾਂ। ਜੇਕਰ ਮੈਂ ਹਰਿਮੰਦਰ ਸਾਹਿਬ ਦੇਖਿਆ, ਹਰਿਮੰਦਰ ਸਾਹਿਬ ਵੀ ਜਾ ਸਕਦਾ। ਜੇਕਰ ਮੈਂ ਮੰਨ ਲਓ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਗਿਆ ਹੈਗਾ, ਮੈਂ ਉੱਥੋਂ ਤੱਕ ਹੀ ਦੇਖ ਸਕਦਾ। ਆਪਣੇ ਘਰ ਵਿੱਚ ਜਾਂ ਜਿੱਥੇ ਗਿਆ ਹੋਇਆ ਹੈਗਾ, ਇਹ ਮੈਂ ਇੰਨੀ ਹੱਦ ਦੇ ਵਿੱਚ ਮੇਰਾ ਮਨ ਰਹਿ ਸਕਦਾ। ਪਰ ਇਹ ਜਿਹੜਾ ਹੁਣ ਅਸੀਂ ਇੱਥੇ ਕੋਈ ਗੁਰਮੁਖ ਇਸ਼ਨਾਨ ਕਰਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਜਾ ਕੇ ਜੋੜੇ ਜਮ੍ਹਾਂ ਕਰਾਤੇ, ਪੈਰ ਧੋਤੇ, ਕੱਪੜੇ ਲਾਏ, ਇਸ਼ਨਾਨ ਕੀਤਾ, ਮੱਥਾ ਟੇਕਿਆ, ਅਸੀਂ ਆ ਗਏ। ਇਸ ਤਰੀਕੇ ਦੇ ਨਾਲ ਅਸੀਂ ਸਾਰੇ ਹੀ ਤੀਰਥਾਂ 'ਤੇ ਜਾ ਕੇ ਅਸੀਂ ਇਸ਼ਨਾਨ ਕਰ ਲਈਦਾ। ਕੋਈ ਗੰਗੋਤਰੀ, ਮੰਗੋਤਰੀ, ਬਦਰੀਨਾਥ, ਕੇਦਾਰਨਾਥ, ਇਹ ਜਿਹੜੇ ਚਾਰੇ ਧਾਮ ਸਾਰੇ ਉੱਧਰ ਜਾਂਦੇ ਨੇ, ਜਾ ਕੇ ਸਾਰੇ ਇਸ਼ਨਾਨ ਕਰਦੇ ਨੇ। ਕੋਈ ਰੁਦਰ ਪ੍ਰਯਾਗ, ਸਾਰੇ ਜਿਹੜੇ ਹੈਗੇ ਸੀਗੇ ਉਹ ਉੱਥੇ ਇਸੇ ਤਰ੍ਹਾਂ ਹੀ ਕਈ ਇਸ਼ਨਾਨ ਕਰੀ ਜਾ ਰਹੇ ਨੇ। ਇੱਕ ਵਾਰੀ ਜਾਇਆ ਆ ਅਸੀਂ, ਇਹ ਫਿਰ ਇੱਦਾਂ ਕਰ ਲੈਂਦੇ ਹਾਂ। ਪਰ ਨਹੀਂ ਗੁਰਮੁਖ ਪਿਆਰਿਓ, ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਭਾਈ ਤੁਸੀਂ ਅੰਮ੍ਰਿਤਸਰ ਨਿੱਤ ਇਸ਼ਨਾਨ ਕਰਨਾ, ਤਾਂ ਉਹ ਕਿੱਦਾਂ ਕਰਨਾ, ਉਹ ਇਹੀ ਤਰੀਕਾ ਦੱਸਿਆ ਗਿਆ। ਜੇਕਰ ਇਹ ਵਿਚਾਰ ਕਰਨਾ ਕੋਈ ਗਲਤੀ ਹੋ ਗਈ ਹੋਵੇ, ਸੰਗਤ ਤੇ ਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਮੇਰੀ ਗਲਤੀ ਮੈਨੂੰ ਦੱਸਣ ਦੀ ਕਿਰਪਾਲਤਾ ਕਰਨੀ। ਪ੍ਰਭ ਕਾ ਸਿਮਰਨ ਕੇਂਦਰ ਮੰਡ, ਭਾਈ ਗੁਰਮੇਲ ਸਿੰਘ,
ਮੰਡ ਜਲੰਧਰ। ਟੈਲੀਫੋਨ ਨੰਬਰ 97791 41501। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।